Hello students, my name is Jaswinder Singh, lecturer in mechanical engineering from Riyadh Polytechnic College. My subject is theory of machine. Chapter is friction. Under this chapter, I am discussing with you screw jack. What is screw jack? ਲਾਸਟ ਆਪਾਂ ਟੌਪਿਕ ਕਿਤੇ ਸੀਗੇ ਫ੍ਰਿਕਸ਼ਨ ਦੇ, ਉਸ ਤੋਂ ਫਰਦਰ ਆਪਾਂ ਜਿਹੜੇ ਨੇ ਨਾ ਡਿਸਕਸ ਕਰਾਂਗੇ ਸਕਰੂ ਜੈਕ। What is screw jack? The screw jack is device for lifting heavy loads by applying comparatively smaller effort at its handle. The principle on which screw jack works is similar to that of an inclined plane. ਜਿਹੜੀ ਫਿਗਰ ਤੁਸੀਂ ਦੇਖ ਰਹੇ ਹੋ ਇਹ ਕੀ ਹੈ, ਸਾਡੇ ਕੋਲ ਸਕਰੂ ਜੈਕ ਹੈ। ਠੀਕ ਹੈ ਜੀ। ਜਿਹੜਾ ਸਕਰੂ ਜੈਕ ਦਾ ਮਤਲਬ ਕੀ ਹੈ ਤੁਹਾਨੂੰ ਪਤਾ ਹੀ ਹੋਏਗਾ। ਸਕਰੂ ਜੈਕ ਨਾਲ ਆਪਾਂ ਕੀ ਕਰਦੇ ਹਾਂ, ਜਿਹੜਾ ਐਪਲੀਕੇਸ਼ਨ ਹੁੰਦੀ ਸਕਰੂ ਜੈਕ ਦੀ, ਉਹਨਾਂ ਨਾਲ ਕੀ ਹੈ, ਆਪਾਂ ਕੋਈ ਹੈਵੀ ਲੋਡ ਆ ਉਹਨੂੰ ਲਿਫਟ ਅਪ ਕਰਦੇ ਹਾਂ ਜਾਂ ਡਾਊਨ ਕਰਦੇ ਹਾਂ ਆਪਾਂ। ਠੀਕ ਹੈ ਜੀ, ਵਿਦ ਦਾ ਹੈਲਪ ਆਫ ਲੀਵਰ। ਠੀਕ ਹੈ, ਇਹ ਡੈਫੀਨੇਸ਼ਨ ਤਾਂ ਸਾਨੂੰ ਕਲੀਅਰ ਹੋਇਆ ਕਿ ਸਕਰੂ ਜੈਕ ਇੱਕ ਡਿਵਾਈਸ ਹੈਗਾ ਜਿਹੜਾ ਕਿ ਹੈਵੀ ਲੋਡਸ ਨੂੰ ਲਿਫਟ ਕਰਦਾ ਬਾਏ ਅਪਲਾਈਂਗ ਕੰਪੈਰੇਟਿਵਲੀ ਸਮਾਲ ਐਫਰਟ। ਸਮਾਲ ਐਫਰਟਸ ਕੀ ਹੁੰਦੀ ਆ? ਵਿਦ ਦਾ ਹੈਲਪ ਆਫ ਹੈਂਡਲ। ਜਦੋਂ ਆਪਾਂ ਹੈਂਡਲ ਨਾਲ ਆਪਾਂ ਕੋਈ ਵੀ ਐਫਰਟਸ ਅਪਲਾਈ ਕਰਾਂਗੇ, ਠੀਕ ਹੈ, ਉਹਦੇ ਨਾਲ ਕਿ ਈਜ਼ੀ ਹੋ ਜਾਂਦਾ ਸਾਨੂੰ ਕਿ ਉਹਨੂੰ ਅਪ ਜਾਂ ਡਾਊਨ ਕਰਨ, ਲਿਫਟ ਜਾਂ ਡਾਊਨ ਕਰਨ ਦੇ ਵਿੱਚ ਹੈਲਪ ਹੁੰਦੀ ਹੈ। ਠੀਕ ਹੈ, ਸਕਰੂ ਜੈਕ ਵਰਕਸ ਕਰਦਾ ਪ੍ਰਿੰਸੀਪਲ ਦੇ ਉੱਪਰ ਸਿਮਿਲਰ ਟੂ ਦੈਟ ਆਫ ਐਨ ਇਨਕਲਾਈਨਡ ਪਲੇਨ 'ਤੇ। ਇਹਦੇ ਵਿੱਚ ਕੀ ਸਾਡੇ ਕੋਲ ਹੁੰਦੇ ਨੇ ਸਕੁਅਰ ਥਰੈਡਸ ਦੇ ਨਾਲ ਕੀ ਆ, ਜਿਹੜਾ ਸਕੁਅਰ ਥਰੈਡਸ ਨੇ ਕਿ ਉਹ ਐਕਸਟਰਨਲੀ ਨੇ ਥਰੈਡਸ ਪਏ, ਅਤੇ ਉਹਦੇ ਨਾਲ ਕੀ ਆ ਇੰਟਰਨਲ ਥਰੈਡਸ ਨੇ। ਉਹਦੇ ਨਾਲ ਕੀ ਆ, ਜਿਹੜਾ ਹੈਂਡਲ ਉਹਨੂੰ ਕਿ ਆਪਾਂ ਰੋਟੇਟ ਕਰਦੇ ਹਾਂ, ਲੀਵਰ ਆ ਜਿਹੜਾ ਉਹ ਕੀ ਆ ਮੂਵ ਕਰਦਾ ਅਪ ਐਂਡ ਡਾਊਨ, ਕਲੋਕਵਾਈਜ਼ ਅਤੇ ਐਂਟੀ ਕਲੋਕਵਾਈਜ਼ ਡਾਇਰੈਕਸ਼ਨ ਵਿੱਚ ਆਪਾਂ ਨੂੰ ਮੂਵ ਕਰਦੇ ਹਾਂ ਹੈਂਡਲ ਨੂੰ। ਅਤੇ ਉਹਦੇ ਨਾਲ ਕੀ ਹੈ, ਜਿਹੜਾ ਲਿਫਟ ਅਪ ਹੁੰਦੀ ਆ, ਕੋਈ ਵੇਟ ਆਪਾਂ ਉੱਪਰ ਰੱਖਿਆ ਤਾਂ ਉਹਦੇ ਨਾਲ ਕੀ ਹੈ ਮੂਵ ਹੁੰਦਾ ਹੈਗਾ ਅਪ ਐਂਡ ਡਾਊਨ। ਸੋ ਨੈਕਸਟ ਇਜ਼ ਸਕਰੂ ਜੈਕ ਦੇ ਵਿੱਚ ਕੀ ਹੈ, ਜਿਹੜੀ ਇੱਕ ਸਾਨੂੰ ਫਿਗਰਸ ਆਪਾਂ ਬਣਾਈਆਂ ਨੇਗੀਆਂ। ਠੀਕ ਹੈ ਜੀ, ਜਿਹੜੀ ਫਿਗਰ 1.1 ਏ ਦੇ ਵਿੱਚ ਆਪਾਂ ਤੁਹਾਡੇ ਕੋਲ ਦੇਖ ਰਹੇ ਹਾਂ, ਸਕਰੂ ਜੈਕ ਹੈ। ਸ਼ੋਜ਼ ਅ ਕਾਮਨ ਫਾਰਮ ਆਫ ਅ ਸਕਰੂ ਜੈਕ ਵਿਚ ਕੰਸਿਸਟ ਆਫ ਅ ਸਕੁਅਰ ਥਰੈਡਡ ਰੋਡ। ਠੀਕ ਹੈ ਜੀ, ਸਕੁਅਰ ਥਰੈਡਡ ਰੋਡ ਕਿਹੜੀ ਹੈ, ਲਾਸਟ ਆਪਾਂ ਗੱਲ ਕੀਤੀ ਸੀ, ਜਿਹੜੇ ਆਪਾਂ ਟੋਪਿਕ ਪੜ੍ਹਿਆ ਉਹਦੇ ਵਿੱਚ ਸਕੁਅਰ ਥਰੈਡਸ ਬਾਰੇ ਪੜ੍ਹਿਆ ਸੀਗਾ। ਠੀਕ ਹੈ, ਉਹਦਾ ਵੀ ਦਿਖਾਇਆ ਤੁਹਾਨੂੰ ਵੀ ਥਰੈਡ ਅਤੇ ਸਕੁਅਰ ਥਰੈਡ। ਦਿਸ ਇਜ਼ ਦਾ ਸਕੁਅਰ ਥਰੈਡ। ਠੀਕ ਹੈ ਜੀ, which consist of a square threaded rod also called square rod or simply screw, which fits in the inner threads of the nut. ठीक है, फिगर तुसीं देख रहे हो कि नट आ ਉਹਦੇ ਕੀ ਹੈ ਇੰਟਰਨਲੀ ਉਹ ਇੰਟਰਨਲ ਥਰੈਡਸ ਨੇਗੇ, ਅਤੇ ਸਕਰੂ ਥਰੈਡਸ ਕੀ ਨੇਗੇ ਐਕਸਟਰਨਲ ਥਰੈਡਸ ਨੇ। ਜਿਹੜਾ ਸਕਰੂ ਥਰੈਡ ਹੈ ਉਹਨੂੰ ਕਿ ਆਪਾਂ ਨਟ ਦੇ ਇਨਸਾਈਡ ਫਿੱਟ ਕੀਤਾ ਹੋਇਆ ਹੈਗਾ। ਠੀਕ ਹੈ, ਦ ਲੋਡ ਟੂ ਬੀ ਰੇਜ਼ਡ ਔਰ ਲੋਡ, ਜਿਹੜਾ ਲੋਡ ਹੈ ਉਹਨੂੰ ਕਿ ਆਪਾਂ ਰੇਜ਼ ਕਰ ਸਕਦੇ ਹਾਂ ਜਾਂ ਲੋਅਰ ਕਰ ਸਕਦੇ ਹਾਂ, ਇਜ਼ ਪਲੇਸਡ ਔਨ ਦਾ ਹੈਡ ਆਫ ਦਾ ਸਕੁਅਰ ਥਰੈਡਡ ਰੋਡ which is rotated by the application of an effort at the end of lever for lifting or lowering the load. ਠੀਕ ਹੈ ਜੀ, this is the lever। ਠੀਕ ਹੈ, ਇੱਥੇ ਆਪਾਂ ਨੂੰ ਫਿੱਟ ਕਰ ਲੈਂਦੇ ਹਾਂ। ਠੀਕ ਹੈ ਜੀ, ਇਹਦੇ ਨਾਲ ਕੀ ਹੈ, ਇਹਨੂੰ ਮੂਵ ਕਰਦੇ ਆਪਾਂ ਅਪ। ਇਹਦੇ ਨਾਲ ਕਿ ਜਿਹੜਾ ਆਹ ਸਕੁਅਰ ਥਰੈਡ ਨੇ ਇਹ ਅਪ ਜਾਂ ਡਾਊਨ ਹੋ ਜਾਂਦੇ ਨੇ। ਠੀਕ ਹੈ, ਵਿਦ ਦਾ ਹੈਲਪ ਆਫ ਦਿਸ ਲੀਵਰ। ਠੀਕ ਹੈ, ਆਹ ਵੇਟ ਹੈ, ਇੱਥੇ ਆਪਾਂ ਅਪਲਾਈ ਕੀਤਾ W। ਠੀਕ ਹੈ ਜੀ, ਆਹ ਕੀ L, ਦਿਸ ਇਜ਼ ਦਾ ਲੀਡ, ਦਿਸ ਇਜ਼ ਦਾ P ਇਜ਼ ਦਾ ਅਪਲਾਈੰਗ ਫੋਰਸ, ਐਫਰਟ ਅਪਲਾਈਡ ਜੋ ਹੈ। ਇਹ ਕੀ ਹੈ ਹੈਡ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਆਹ ਚੀਜ਼ ਹੈ ਸਾਡੇ ਕੋਲ, ਇਹ ਟਰਾਇੰਗਲ ਜੀ ਬਣੀ ਹੋਈ ਹੈ, ਸੌਰੀ ਆਹ ਇੱਕ ਛੋਟੀ ਜਿਹੀ ਟਰਾਇੰਗਲ ਬਣੀ ਹੈ ਸਾਡੇ ਕੋਲ, ਇਹ ਆਹ ਵਾਲੇ ਵਿੱਚ। ਠੀਕ ਹੈ, ਇਹ ਆਪਾਂ ਦੇਖ ਰਿਹਾ ਵੀ ਜਿਹੜਾ ਹੈਲੀਕਲ ਗਰੂਪਸ ਬਣ ਰਿਹਾ, ਹੈਲੀਕਲ ਜਿਹੜਾ ਹੈਗਾ ਥਰੈਡਸ ਦਾ ਐਂਗਲ ਹੈ, ਹੈਲਿਕਸ ਐਂਗਲ ਹੈਗਾ, ਰਾਈਟ ਐਂਗਲ ਟਰਾਇੰਗਲ ਬਣ ਰਹੀ ਹੈ ਇੱਥੇ। ਠੀਕ ਹੈ, ਇਸ 'ਤੇ ਅਪਲਾਈ ਹੋ ਰਹੀ ਆਪਣੀ ਫੋਰਸ, ਇੱਕ ਕੰਪਲੀਟ ਰੋਟੇਸ਼ਨ ਹੋ ਰਹੀ ਹੈ। ਠੀਕ ਹੈ ਜੀ, ਇਹਦੇ ਨਾਲ ਕਿ ਜਿਹੜਾ ਹੈਗਾ ਸਕੁਅਰ ਥਰੈਡ ਕੀ ਆ ਉਹ ਮੂਵ ਕਰ ਰਿਹਾ ਅਪ ਐਂਡ ਡਾਊਨ। ਠੀਕ ਹੈ, DC D ਐਂਡ D ਨੋਟ is the D the mean diameter, that is internal diameter, D naught is the outer diameter mean। ठीक है, ये diameters नेगे। ठीक है, next slide is torque required
ਟੂ ਲਿਫਟ ਦਾ ਲੋਡ ਬਾਏ ਅ ਸਕਰੂ। ਜਿਹੜਾ ਆਪਾਂ ਟੌਪਿਕ ਕਰ ਰਹੇ ਹੈਗੇ ਇਹ ਸਾਡਾ ਹੈ ਕੀ ਹੈ, ਸਕਰੂ ਜੈਕ ਦਾ ਕੀ ਹੈ, ਇੱਕ ਆਰਟੀਕਲ ਹੈ, ਡੈਰੀਵੇਸ਼ਨ ਹੈਗੀ ਹੈ। ਠੀਕ ਹੈ, ਫਸਟ ਉਸ ਦਾ ਸਕਰੂ ਜੈਕ ਦੇ ਅੰਡਰ ਫਰਦਰ ਫਿਗਰਸ ਨਾਲ ਜਿਹੜੀ ਆਪਣਾ ਵੀ ਟਾਰਕ ਰਿਕੁਆਇਰਡ, ਜਿਹੜਾ ਮੈਂ ਤੁਹਾਨੂੰ ਟ੍ਰਾਇੰਗਲ ਦਿਖਾਈ ਸੀਗੀ। ਠੀਕ ਹੈ, ਹੁਣ ਉਹ ਸਕਰੂ ਰੋਡ ਦੇ ਵਿੱਚ ਉਹ ਆਹ ਵਾਲੀ ਰਾਈਟ ਐਂਗਲ ਟ੍ਰਾਇੰਗਲ ਹੈਗੀ। ਠੀਕ ਹੈ, ਇਹ ਹੈ ਡਿਵੈਲਪਮੈਂਟ ਆਫ ਸਕਰੂ। ਅਤੇ ਆ ਕੇ ਫੋਰਸ ਕਿਹੜੀ ਐਕਟ ਕਰ ਰਹੀਆਂ ਨੇ ਉਸ ਉਸ ਸਕੁਅਰ ਥਰੈਡ ਦੇ ਉੱਪਰ, ਸਕੁਅਰ ਰੋਡ ਦੇ ਉੱਪਰ, ਜਿਹੜੀ ਕੀ ਆਪਾਂ ਜੈਕ ਨੇ ਮੂਵ ਕਰਨਾ ਅਪ ਐਂਡ ਡਾਊਨ। ਹੁਣ ਜਿਹੜਾ ਫਸਟ ਕੇਸ ਆ ਸਾਡੇ ਕੋਲ ਕੀ ਆ, ਟਾਰਕ ਜਿਹੜੀ ਰਿਕੁਆਇਰਡ ਆ ਲਿਫਟ ਦ ਲੋਡ ਬਾਏ ਅ ਸਕਰੂ ਜੈਕ, ਮਤਲਬ ਉਹਨੂੰ ਅਪ ਕਰ ਰਹੇ ਆਪਾਂ, ਉੱਪਰ ਨੂੰ ਆਪਾਂ ਇਹਨੂੰ ਮੂਵ ਕਰ ਰਹੇ ਜੈਕ ਨੂੰ। ਠੀਕ ਹੈ ਜੀ, let P is the pitch of the screw, this one। ठीक है, D is the mean diameter of the screw, तो दिखाया था मैं DC D नॉट वाला फिगर, सॉरी इस फिगर ਦੇ ਵਿੱਚ दिस इज द D, दिस इज DC, दिस इज द D नॉट। ठीक है जी, D is the mean diameter of screw, alpha is the helix angle, this one। P is the effort applied at the circumference of the screw to lift the load, this one। W is the load to be lifted, जब दिखाया था भी लोड ਜਿਹੜਾ ਆਪਾਂ ਸਕਰੂ ਜੈਕ ਦੇ ਉੱਪਰ ਆਪਾਂ ਕੋਈ ਵੇਟ ਰੱਖਣਾ ਹੈਗਾ। ਠੀਕ ਹੈ, ਉਹ ਕੋਈ ਹੁੰਦਾ ਥੋੜਾ ਕੀ ਹੋ ਗਿਆ, ਲੋਡ। ਮਿਊ ਇਜ਼ ਦਾ ਕੋਫੀਸ਼ੀਐਂਟ ਆਫ ਫ੍ਰਿਕਸ਼ਨ ਬਿਟਵੀਨ ਦਾ ਸਕਰੂ ਐਂਡ ਨਟ। ਠੀਕ ਹੈ ਜੀ, ਸਕਰੂ ਅਤੇ ਨਟ ਦੇ ਇਨ ਬਿਟਵੀਨ ਜੋ ਫ੍ਰਿਕਸ਼ਨ ਹੋ ਰਹੀ ਹੈ, ਦੈਟ ਇਜ਼ ਦਾ ਕੋਫੀਸ਼ੀਐਂਟ ਆਫ ਫ੍ਰਿਕਸ਼ਨ, ਦੈਟ ਇਜ਼ tan phi, where phi is the frictional angle। ठीक है, ਆਪਾਂ ਪਹਿਲਾਂ डिस्कस कर चुके हैं। So from the geometry of the figure 1.2a, this figure we find that tan phi is equal to p pi d। ਆਪਾਂ ਲਾਸਟ ਟੌਪਿਕ ਦੇ ਵਿੱਚ ਜਿਹੜਾ ਸਕੁਅਰ ਥਰੈਡ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਉਹ ਕੀ ਸੀਗਾ ਸਾਡੇ ਕੋਲ, tan phi is equal to p pi d। ਠੀਕ ਹੈ, p ਕੀ ਹੈ ਸਾਡੇ ਕੋਲ, ਪਿਚ, ਪਾਈ ਡੀ ਕੀ ਸਾਡੇ ਕੋਲ ਸਰਕਮਫਰੰਸ ਆਫ ਦਾ ਥਰੈਡ। ਠੀਕ ਹੈ, ਇਸ ਤਰ੍ਹਾਂ ਦਾ ਸੀ ਸਕੁਅਰ ਥਰੈਡ ਸਾਡੇ ਕੋਲ, ਇਸ ਤਰ੍ਹਾਂ ਦਾ ਬਣਾਇਆ ਸੀ। ਠੀਕ ਹੈ, ਇੱਥੇ ਆ ਜਿਹੜੀ ਰਾਈਟ ਐਂਗਲ ਟ੍ਰਾਇੰਗਲ ਬਣਦੀ ਸੀਗੀ। ਠੀਕ ਹੈ, ਆਹ ਇੱਕ ਹੈਲਿਕਸ ਐਂਗਲ ਸੀ, ਸੌਰੀ ਇਸ ਤਰ੍ਹਾਂ ਦਾ ਹੈਲਿਕਸ ਐਂਗਲ ਬਣਦਾ ਸੀ। ਠੀਕ ਹੈ, ਆਹ ਸਾਡੇ ਕੋਲ ਜਿਹੜਾ ਹੈ ਟ੍ਰਾਇੰਗਲ ਬਣਦੀ ਸੀ। ਠੀਕ ਹੈ, ਆਹ ਸਾਡੇ ਕੋਲ ਅਲਫਾ ਐਂਗਲ ਬਣਦਾ ਹੁੰਦਾ ਸੀ, ਇਹ ਸਾਡੇ ਕੋਲ ਪੀ ਸੀ। ਠੀਕ ਹੈ, ਆਹ ਜਿਹੜਾ ਸਾਡਾ ਇਹ ਸਕੁਅਰ ਥਰੈਡ ਸੀ। ਠੀਕ ਹੈ, ਆਹ ਜਿਹੜਾ ਇੱਕ ਸਰਕਮਫਰੰਸ ਬਣਦਾ ਸੀਗਾ, ਜਿਸ ਦਾ ਜਿਹਨੂੰ ਕਹਿੰਦੇ ਆਪਾਂ ਘੇਰਾ, ਉਹ ਕੀ ਸਾਡੇ ਕੋਲ ਸੀ, ਪਾਈ ਡੀ। ਉਹਦਾ ਫਾਰਮੂਲਾ ਕਿ ਸਾਡੇ ਕੋਲ ਆ ਗਿਆ tan phi is equal to pi d। ਠੀਕ ਹੈ ਜੀ, since the principle on which a screw jack works is similar to that of an inclined plane, ਜਿਵੇਂ ਵੀ ਜਿਹੜਾ ਸਕਰੂ ਜੈਕ ਆ ਉਹ ਵਰਕ ਕਰਦਾ ਸਿਮਿਲਰ ਟੂ ਦੈਟ ਆਫ ਇਨਕਲਾਈਨਡ ਪਲੇਨ ਦੇ। ਇੱਥੇ ਵੀ ਸਾਡੇ ਕੋਲ ਕੀ ਹੈ, ਇਨਕਲਾਈਨਡ ਪਲੇਨ ਹੈ। therefore the force applied on the lever of a screw jack may be considered to be horizontal as shown in figure 1.2b। this figure ਦੇ ਵਿੱਚ ਆਪਾਂ ਸ਼ੋ ਕਰ ਰਹੇ ਹਾਂ ਵੀ ਜਿਹੜਾ ਹੋਰੀਜ਼ੋਨਟਲ ਫੋਰਸ ਹੈਗੀ। ਠੀਕ ਹੈ, ਆ ਇੱਕ ਹੋਰੀਜ਼ੋਨਟਲ ਹੈਗਾ, ਆ ਇੱਥੇ ਕੀ ਹੈ ਜਿਹੜਾ ਆਹ ਹੈਗਾ, ਜਿਹੜਾ ਇਹ ਸਾਡੇ ਕੋਲ ਕੀ ਹੈਗਾ, ਇੱਕ ਪਲੇਨ ਹੈਗਾ। ਠੀਕ ਹੈ, ਇਹਦੇ ਉੱਪਰ ਕੋਈ ਬੋਡੀ ਹੈ। ਠੀਕ ਹੈ, ਓਕੇ, ਵੇਟ ਹੈਗਾ W, ਆਰ ਐਨ ਇਜ਼ ਦਾ ਨਾਰਮਲ ਰਿਐਕਸ਼ਨ। ਠੀਕ ਹੈ ਜੀ, ਅਤੇ ਇਹਦੇ ਇਸ ਤਰ੍ਹਾਂ ਦੀ ਫਿਗਰ ਬਣੀ ਹੈ ਨਾ, ਆਹ ਹੋ ਗਈ ਹੈ ਹੋਰੀਜ਼ੋਨਟਲ, ਆਹ ਸਾਡੇ ਕੋਲ ਕੀ ਹੈ। ਠੀਕ ਹੈ, ਇੱਥੇ ਵੇਟ ਬੋਡੀ ਹੈ। ਠੀਕ ਹੈ, ਆਹ ਪਲੇਨ ਹੈ, ਇਨਕਲਾਈਨਡ ਪਲੇਨ ਹੈ। ਠੀਕ ਹੈ, ਹੁਣ ਕੀ ਹੈ, ਕਿਸੇ ਬੋਡੀ ਦਾ ਇੱਕ ਹੀ ਸਾਡਾ ਵੇਟ ਅਪਲਾਈ ਕਰ ਰਿਹਾ ਡਾਊਨਵਰਡ। ਠੀਕ ਹੈ, ਆਹ ਕੀ ਹੈ, ਨਾਰਮਲ ਰਿਐਕਸ਼ਨ ਆਰ ਐਨ। ਠੀਕ ਹੈ ਜੀ, ਇੱਥੇ ਕਿ ਸਾਡੇ ਕੋਲ ਇਹ ਫੋਰਸ ਅਪਲਾਈ ਕਰ ਰਿਹਾ, ਜਿਹੜੀਆਂ ਐਫਰਟ ਅਪਲਾਈਡ ਹੈ ਸਾਡੀ, ਪੀ, ਫੋਰਸ ਪੀ। ਠੀਕ ਹੈ, ਦਿਸ ਇਜ਼ ਦਾ ਪੈਰਲਲ ਫੋਰਸ, ਇਹਦਾ ਰਿਜ਼ੋਲਵ ਕਰ ਲਿਆ ਫੋਰਸ ਨੂੰ, ਪੀ ਕੋਸ ਅਲਫਾ। ਤੈਨੂੰ ਜੇ ਆਪਾਂ ਇਹਦਾ ਪਰਪੈਂਡੀਕੂਲਰ ਕੀ ਆ ਗਿਆ, ਪੀ ਸਾਈਨ ਅਲਫਾ। ਠੀਕ ਹੈ, ਇੱਦਾਂ ਹੀ ਡਬਲਿਊ ਨੂੰ ਰਿਜ਼ੋਲਵ ਕਰ ਲਿਆ, ਅਤੇ ਇਹ ਆ ਗਿਆ ਸਾਡਾ ਪਰਪੈਂਡੀਕੂਲਰ ਆ ਗਿਆ ਸਾਡੇ ਕੋਲ W cos ਅਲਫਾ। ਠੀਕ ਹੈ, ਅਤੇ ਪੈਰਲਲ ਆ ਗਿਆ ਸਾਡੇ ਕੋਲ W sin ਅਲਫਾ। ਆਹ ਜਿਹੜੀ ਅਪੋਜ਼ਿਟ ਫੋਰਸ ਹੈ ਦੈਟ ਇਜ਼ ਦਾ ਫ੍ਰਿਕਸ਼ਨ। ਠੀਕ ਹੈ, ਇਹਨਾਂ ਬਿਟਵੀਨ ਦੇ ਵਿੱਚ ਜਿਹੜਾ ਐਂਗਲ ਬਣ ਰਿਹਾ ਉਹ ਕੀ ਹੋਊਗਾ ਸਾਡੇ ਕੋਲ, ਅਲਫਾ। ਠੀਕ ਹੈ ਜੀ, ਨੈਕਸਟ
तो फर्दर आप एक्सप्लेन कर रहे हैं फर्दर सिंस द लोड इज़ बीइंग लिफ्टेड देयरफॉर द फोर्स ऑफ फ्रिक्शन F इज इक्वल टू म्यू आर एन फोर्स ऑफ फ्रिक्शन जो फार्मूला हो कि साढ़े कोल F इज इक्वल टू म्यू आर एन विल एक्ट डाउनवर्ड्स ऑल द फोर्सेस एक्टिंग ऑन द स्क्रू आर शोन इन फिगर 1.2 B की मतलब है भी आ जो फोर्सिस नेगियां तो लिखा साढ़े को F इज इक्वल टू म्यू आर एन विल एक्ट डाउनवर्ड ठीक है दिस वन गल कहती F दिस इज एक्ट डाउनवर्ड एक ही साढ़े को फ्रिक्शनल फोर्स हैगी ठीक है बॉडी के अपोजिट जो अप्लाइड फोर्स अप्लाई कर रहे हैं P हैगी तो अपोजिट फोर्स एक्ट करेगी वो की होगी फ्रिक्शन ठीक है ऑल द फोर्सेस एक्टिंग ऑन द स्क्रू आर शोन फिगर 1.2 भी ये शो करता ओके रिजॉल्विंग द फोर्सेस किहड़ियां नेगियां अलॉन्ग द प्लेन इदां सी अपने कोल ठीक है W है आर एन है P है इतने F होगा अपना ठीक है ये परपेंडिकुलर फोर्सेस आ गई ठीक है अब पैरेलल फोर्सेस आ गई ठीक है अलॉन्ग द प्लेन की होगा साढ़े कोल आ जी अलॉन्ग द प्लेन है ये आ P cos अल्फा इस लाइन के पैरेलल हैगी इस लाइन के पैरेलल है जी फोर्सिस वो कि P cos अल्फा हैगी तो W sin अल्फा हैगी परपेंडिकुलर की है जी साढ़े कोल P sin अल्फा तो W cos अल्फा परपेंडिकुलर जी फोर्सिस हैगी ठीक है इदा ही रिजॉल्विंग फोर्स अलॉन्ग द प्लेन मीनस पैरेलल अलॉन्ग द प्लेन मीनस पैरेलल फोर्सेस ठीक है P cos अल्फा इज इक्वल टू W sin अल्फा प्लस F ठीक है हम W sin अल्फा F की वैल्यू साढ़े कोल की है आप ही साढ़े कोल म्यू आर एन ये पुट करती आप W sin अल्फा इज इक्वल टू म्यू आर एन दिस इज द इक्वेशन फर्स्ट एंड रिजॉल्विंग द फोर्सेस परपेंडिकुलर टू द प्लेन पहले गल की कि परपेंडिकुलर टू द प्लेन की है साढ़े कोल आर एन साढ़े कोल आ फिगर में देखो आर एन है ठीक है परपेंडिकुलर कि आर एन है कि फोर्सिस ने W cos अल्फा है तो P sin अल्फा साढ़े कोल परपेंडिकुलर फोर्सिस ने मिला साढ़े कोल की प्रॉब्लम में P cos अल्फा पैरेलल सीगियां तो W sin अल्फा की पैरेलल इस प्लेन के पैरेलल ने तो इस प्लेन के परपेंडिकुलर ने ठीक है जी हूँ कि आर एन की है परपेंडिकुलर टू द प्लेन आर एन इज इक्वल टू P sin अल्फा प्लस W cos अल्फा दिस इज द इक्वेशन नंबर 2 सबस्टिट्यूट द वैल्यू ऑफ आर एन इन इक्वेशन 1 जी आर एन की वैल्यू है इनू आप इस इक्वेशन के पुट कर देना ठीक है साढ़े P cos अल्फा इज इक्वल टू W sin अल्फा प्लस म्यू आर एन की वैल्यू पुट करती इतने आर एन की वैल्यू पुट करती आप ओके साढ़े कोल दिस वन P sin अल्फा प्लस W cos अल्फा पुट करती वैल्यू फिर क्या W sin अल्फा प्लस म्यू जी मल्टीप्लाई करता म्यू P sin अल्फा प्लस म्यू W cos अल्फा फिर क्या P cos अल्फा जोड़ा म्यू P है म्यू P इनू इधर लिया माइनस म्यू P sin अल्फा इज इक्वल टू W sin अल्फा प्लस म्यू W cos अल्फा P की वैल्यू इधर लिया है तो W वैल्यू उधर रख दी ठीक है तो P कॉमन कढ़ लिया इधर साइड तो W कॉमन इधर P कॉमन आ गया इधर W कॉमन आ गया ठीक है फिर P की फॉर्म के लिखता फार्मूला P इज इक्वल टू W sin अल्फा प्लस म्यू cos अल्फा ओवर आ चीज़ इतने आ गई ठीक है cos अल्फा माइनस म्यू sin अल्फा substituting the value of mu is equal to tan phi in the above equation ये की है म्यू की वैल्यू आप tan phi पुट करती है P is equal to W into sin अल्फा प्लस tan phi cos phi cos अल्फा माइनस tan phi into sin अल्फा ठीक है फिर क्या मल्टीप्लाइंग द न्यूमरेटर एंड डिनोमीनेटर बाय cos phi हम इस इक्वेशन की है अपना न्यूमरेटर तो डिनोमीनेटर की है cos phi नाल मल्टीप्लाई मतलब कि उपर जी फिगर इक्वेशन वो भी cos phi नाल मल्टीप्लाई करता तो नीचे की है cos phi नाल भी मल्टीप्लाई करता इक्वेशन की है कि साड़ी जो टार की है ऑरेंज कलर के P इज इक्वल टू W इंटू sin अल्फा cos phi प्लस sin phi cos अल्फा cos phi मीन sin अल्फा sin phi इज इक्वल टू
ये की होगा साडा फार्मूला की है साइन ए कॉस बी की होगा फार्मूला साढ़े को साइन ए प्लस बी का फार्मूला बन गया साइन ए कॉस बी प्लस साइन बी कॉस ए साइन अल्फा प्लस फाइव यदि कॉस ए को नीचे की है कॉस अल्फा तो कॉस बी का फार्मूला बन गया ठीक है इनू आप सॉल्व करके गया साढ़े को डबल्यू इंटू साइन अल्फा प्लस फाइव ओवर कॉस अल्फा प्लस फाइव सॉल्व साढ़े को करके किया गया डबल्यू इज इक्वल टू साइन ओवर कॉस की होंगे साइन ओवर कॉस की होंगे साढ़े को टैन होंगे टैन बराबर साढ़े को डबल्यू इंटू टैन अल्फा प्लस फाइव तो फॉर टॉर्क रिक्वायर्ड टू ओवरकम फ्रिक्शन बिटवीन द स्क्रू एंड नट जो टॉर्क है किन्ने जोर पै रहा है किन्ना एक्ट कर रहा है अपना कि स्क्रू द नट के विचकार की फ्रिक्शन किन्नी प्रोड्यूस है उन्होंने हटाने लिए टॉर्क प्रोड्यूस रिक्वायर्ड है ना फार्मूला टॉर्क का फार्मूला है T1 इज इक्वल टू P इंटू डी बाई टू ये साडा की है फार्मूला टॉर्क का तो साढ़े को P की वैल्यू कितनी है साढ़े को दिस वन W tan अल्फा प्लस फाइव इंटू D2 दिस इज द टॉर्क रिक्वायर्ड टू ओवरकम द फ्रिक्शन बिटवीन द स्क्रू एंड नट ठीक है when the axial load is taken up the thrust collar or flat surface as shown in figure 1.1b this figure इस फिगर के उपर कितनी थ्रस्ट अप्लाई आ कि W वेट अप्लाई हो रहा है R1 इज़ द रेडियस 1 R2 इज़ द रेडियस 2 R इज़ द मीन डायमीटर मेन ठीक है मीन रेडियस दिस इज़ द हैड दिस इज़ द स्क्रू रॉड ये की है आ वेट आ कॉलर लाया ये उपर की वेट अप्लाई किया है दिस वन ठीक है की एक्ट हो रहा है दिस इज़ द स्क्वायर रॉड इसका की है डायमीटर D ठीक है जी ठीक है सो द लोड डज नॉट रोटेट विद द स्क्रू जो लोड है वो स्क्रू की है रोटेट नहीं होएगा जो कॉलर उपर रखा ठीक है दैन द टॉर्क रिक्वायर्ड टू ओवरकम फ्रिक्शन एट द कॉलर T2 पहला क्या T सी कटी T1 कटी T2 इज इक्वल μ1 इंटू W1 μ1 इंटू WR1 प्लस R2 ओवर 2 जिन्हें आप गल की फिगर कॉलर वाली फिगर के 1.1b के रेडियस 1 रेडियस 2 this is the radius 1 this is the radius 2 this is the weight this is the μ1 is the coefficient friction of 1 तो इनू करके की होगा R1 प्लस R2 बाय 2 की होगी वैल्यू साड़ी R हो गया R1 प्लस R2 ओवर 2 इज इक्वल टू कैपिटल R मीन हो गया मीन रेडियस होगा द कॉलर ठीक है देखो μ1 इंटू W इंटू R where R1 and R2 are the outside and inside radii of the collar R is the mean radius of the collar μ1 is the coefficient of friction of the collar therefore total torque required to overcome friction that is to rotate the screw T is equal to total T1 plus T2 पीछे पर T1 कटी सी ना किया T2 फाइंड आउट कर ली T is equal to T1 plus T2 is equal to P into D2 plus μ1 R1 μ1 W R1 if an effort P1 is applied at the end of a lever जो लीवर है साडा स्क्रू जकदा तो आप एफर्ट जी फोर्स अप्लाई करते हैं P1 एट द एंड ऑफ द लीवर द आर्म लेंथ L द टोटल रिक्वायर्ड टू ओवरकम फ्रिक्शन बिटवीन मस्ट बी इक्वल टू टॉर्क अप्लाइड एट द एंड ऑफ लीवर दैट इज T इज इक्वल टू P इंटू D बाय 2 इज इक्वल टू P इंटू L इतने की आप लेंथ की है साढ़े L P इंटू L D बाय 2 इज इक्वल टू L P इंटू P1 इंटू L और केस गल कर लिए जब फस्ट केस है when the nominal diameter D0 and the core diameter DC the screw thread is given then the mean diameter of the screw D is equal to D0 plus DC over 2 to D0 minus P by 2 is equal to DC plus P by 2 ठीक है since the second point is the mechanical advantage is the ratio of the load lifted W जो load lift कर रहे हैं that is the W to the applied effort P1 at the end of the lever therefore mechanical advantage MA is the mechanical advantage short form of mechanical advantage is MA W over P1 W the weight P is the effort applied W into 2L over PD ठीक है because P1 is equal to P into D over 2L W into 2L over W P की वैल्यू की साढ़े को फाइंड आउट की W tan अल्फा जी P की वैल्यू इतने पुट करती है
W tan alpha plus phi into D, therefore 2L over D into tan alpha plus phi. This is the upward force, required upward, ठीक है। ਲੋਡ ਜਿਹੜਾ ਸੀ ਜੈਕ ਦੇ ਬਾਰੇ ਅਪਵਰਡ ਕਿਵੇਂ ਆਪਾਂ ਮੂਵ ਕਿਵੇਂ ਕਰਨਾ ਅਪਵਰਡ ਨੂੰ। ਹੁਣ ਸੈਕੰਡ ਕੇਸ ਸਾਡੇ ਕੋਲ ਕੀ ਹੈ, ਟਾਰਕ ਰਿਕੁਆਇਰਡ ਟੂ ਲੋਅਰ ਦਾ ਲੋਡ ਬਾय ਸਕਰੂ ਜੈਕ। ਪਹਿਲਾਂ ਆਪਾਂ ਕੇਸ ਦੇ ਵਿੱਚ ਗੱਲ ਕੀਤੀ ਸੀਗੀ ਵੀ ਅਪ ਕਿਵੇਂ ਕਰਨਾ ਹੈਗਾ ਆਪਾਂ ਲੋਡ ਨੂੰ। ਹੁਣ ਕਿਸ ਅਸੀਂ ਗੱਲ ਕਰਦੇ ਹਾਂ ਵੀ ਟਾਰਕ ਜਿਹੜੀ ਰਿਕੁਆਇਰਡ ਹੈ ਕਿ ਜਿਹੜੀ ਆ ਵਿਦ ਦਾ ਹੈਲਪ ਆਫ ਸਕਰੂ ਉਹ ਲੋਡ ਨੂੰ ਲੋਅਰ ਕਿਵੇਂ ਕਰਨਾ ਹੈਗਾ, ਠੀਕ ਹੈ। ਵੀ ਹੈਵ ਡਿਸਕਸ ਦ ਲਾਸਟ ਆਰਟੀਕਲ ਦੈਟ ਦ ਪ੍ਰਿੰਸੀਪਲ ਔਨ ਵਿਚ ਦ ਸਕਰੂ ਜੈਕ ਵਰਕ ਇਜ਼ ਸਿਮਿਲਰ ਦੈਟ of an inclined plane. If one complete turns of a screw thread be imagined to be unwounded from the body of the screw and developed, it will form an inclined plane as shown in figure 1.3a. ਫਿਗਰ ਦਾ 1.3 ਹੈਗੀ, ਇਹਦੇ ਵਿੱਚ ਜਿਹੜੀ ਫਸਟ ਫਿਗਰ ਹੈ A ਹੈ, ਸੈਕੰਡ ਫਿਗਰ ਕੀ ਹੈ B, ਠੀਕ ਹੈ। ਸੇਮ ਲਾਸਟ ਫਿਗਰ ਤੇ ਇਸ ਫਿਗਰ ਦੇ ਵਿੱਚ ਡਿਫਰੈਂਸ ਕੀ ਆ ਰਿਹਾ ਸਾਡੇ ਕੋਲ, ਉਸ ਕੇਸ ਦੇ ਵਿੱਚ ਸਾਡੇ ਕੋਲ ਕੀ ਸੀਗਾ, ਆ ਤਾਂ ਸੇਮ ਹੈ ਸਾਡੇ ਕੋਲ, ਠੀਕ ਹੈ ਜੀ। ਰਾਈਟ ਐਂਗਲ ਟ੍ਰਾਇੰਗਲ ਬਣ ਰਹੀ ਹੈ, ਇੱਥੇ ਕੀ ਹੈ ਆ ਬਾਡੀ ਹੈ, ਠੀਕ ਹੈ। ਬਾਕੀ ਸਭ ਜਿਹੜੀ ਫ੍ਰਿਕਸ਼ਨ ਉੱਥੇ ਆਪਣੀ ਅਪੋਜ਼ਿਟ ਥੱਲੇ ਲੱਗ ਰਹੀ, ਇੱਥੇ ਕੀ ਲੱਗ ਰਹੀ ਸਾਡੀ ਅਪੋਜ਼ਿਟ ਲੱਗ ਰਹੀ, ਇੱਥੇ ਕੀ ਫੋਰਸ ਨੀਚੇ ਨੂੰ ਅਪਲਾਈ, ਕਿਉਂਕਿ ਬਾਡੀ ਕੀ ਹੈ ਨੀਚੇ ਨੂੰ ਡਾਊਨ ਮੂਵ ਕਰ ਰਹੀ ਹੈ, ਇਸ ਕਰਕੇ ਆਪ ਅਪਲਾਈਡ ਫੋਰਸ ਕੀ ਡਾਊਨਵਰਡ ਅਪਲਾਈ ਹੋ ਰਹੀ ਹੈ, ਤਾਂ ਫ੍ਰਿਕਸ਼ਨ ਫਿਰ ਅਪੋਜ਼ਿਟ ਤੋਂ ਅਪਵਰਡ ਹੋਏਗੀ, ਠੀਕ ਹੈ ਜੀ। ਇੰਨਾ ਡਿਫਰੈਂਸ ਹੈ, ਬਾਕੀ ਸੇਮ ਹੈ ਸਾਰਾ ਕੁਝ। P is the pitch of the screw, D the mean diameter of screw, alpha helix angle, P effort applied at the circumference of the load, W weight of the load, mu is the coefficient of friction, screw and nut is equal to tan phi, where phi is the angle of friction. From the geometry of the figure we find that tan phi is equal to P phi, P over pi is same ਹੈਗਾ, ਠੀਕ ਹੈ ਜੀ। Next, since a load being lowered, therefore the force of friction ਉਹੀ ਕੁਝ ਉੱਥੇ ਕੀ ਆਪਾਂ ਗੱਲ ਕੀਤੀ ਸੀ ਵੀ ਅਪਵਰਡ, ਇੱਥੇ ਡਾਊਨਵਰਡ ਸੀਗੀ ਫ੍ਰਿਕਸ਼ਨ, ਇੱਥੇ ਕਿਹੜਾ ਫ੍ਰਿਕਸ਼ਨ ਕੀ ਸਾਡੇ ਕੋਲ ਅਪਵਰਡ ਹੈ। ਆਲ ਦਾ ਫੋਰਸਿਸ ਐਟ ਦਾ ਸਕਰੂ ਆਰ ਸ਼ੋਨ ਫਿਗਰ ਤੋਂ ਰਿਜ਼ੋਲਵਿੰਗ ਫੋਰਸ ਅਲੋਂਗ ਦਾ ਪਲੇਨ P cos alpha is equal to F, ਕਿ ਮਾਈਨਸ ਹੋ ਗਈ ਹੈ force friction, F is the frictional force, F minus W sin alpha is equal to mu Rn minus F ਦੀ ਵੈਲਿਊ ਪੁੱਟ ਕਰਤੀ ਹੈ mu Rn minus W sin, this is the equation first. Resolving force perpendicular to the plane, Rn is equal to W cos phi, W cos alpha minus P sin alpha, this is the equation number second. Substituting the value of Rn equation first, ਤੇ ਇਹਦੇ ਵਿੱਚ ਪੁੱਟ ਕਰਤੀ ਵੈਲਿਊ ਇਸ ਦੇ ਵਿੱਚ, ਠੀਕ ਹੈ ਜੀ। P cos alpha is equal to mu W, Rn ਦੀ ਵੈਲਿਊ ਕਿੰਨੀ ਹੈ W cos alpha minus P sin alpha minus W sin alpha, mu W cos alpha ਮਿਲਟਰ ਬਾਹਰ ਕੱਢ ਲਿਆ, ਬ੍ਰੈਕਟ ਓਪਨ ਕਰ ਲਈ, mu P sin alpha minus W sin alpha, ਇਹਨੂੰ P ਦੀ ਵੈਲਿਊ ਇੱਧਰ ਲੈ ਗਏ, ਠੀਕ ਹੈ ਜੀ। ਅਤੇ W ਵਾਲੀ ਵੈਲਿਊ ਇੱਧਰ ਰੱਖ ਲਈਆਂ, P ਕਾਮਨ ਕੱਢ ਲਿਆ, ਅਤੇ W ਕਾਮਨ ਕੱਢ ਲਿਆ, P ਦੀ ਫਾਰਮ ਦੇ ਵਿੱਚ ਆਪਾਂ ਕੁਐਸਚਨ ਲੱਗੇ ਜਿਹੜੇ ਔਰੇਂਜ ਦੇ ਵਿੱਚ ਲੱਗਿਆ ਹੋ ਗਿਆ P is equal to W mu cos alpha minus sin alpha over cos alpha plus mu sin alpha, okay. Substitute the value of mu is equal to tan phi in the above equation, ਇਸ equation that we get P is equal to the tan phi ਪੁੱਟ ਕਰਤੀ ਵੈਲਿਊ, ਠੀਕ ਹੈ। ਅਤੇ ਫਿਰ ਉਵੇਂ ਮਲਟੀਪਲਾਈਂਗ ਦਾ ਨਿਊਮਰੇਟਰ ਐਂਡ ਡਿਨੋਮੀਨੇਟਰ ਬਾਈ cos phi, ਉਹਨੂੰ ਮਲਟੀਪਲਾਈ ਕਰਕੇ ਆਪਾਂ ਜਿਹੜਾ W sin A minus B ਦਾ ਫਾਰਮੂਲਾ ਆ ਗਿਆ, W sin minus B cos A minus B ਦਾ ਫਾਰਮੂਲਾ ਇਕੁਅਲ ਟੂ, ਫਿਰ ਸੋਲਵ ਕਰਕੇ ਸਾਡੇ ਕੋਲ ਕੀ ਹੈਗਾ W P ਦੀ ਵੈਲਿਊ ਇਜ਼ ਇਕੁਅਲ W tan phi minus alpha. Torque required to overcome the friction between the screw and nut, T is equal to ਉੱਦਾਂ ਹੀ ਫਿਰ P into D by 2 equal W tan alpha minus W tan phi minus alpha into D by 2, ਠੀਕ ਹੈ ਜੀ। ਉੱਦਾਂ ਹੀ ਸਾਰਾ ਕੁਝ ਆਪਾਂ ਇਹਨੂੰ ਸੋਲਵ ਕਰ ਲਿਆ, ਠੀਕ ਹੈ। ਨੋਟ when alpha is greater than phi then P is equal to tan alpha minus phi, ਠੀਕ ਹੈ। ਇਹ ਤਾਂ ਸਾਡੇ ਸਕਰੂ ਜੈਕ ਦੇ ਸਾਡੇ ਫਾਰਮੂਲਾ ਵੀ ਹਾਊ ਟੂ ਰੇਜ਼ ਦਾ ਲੋਡ ਐਂਡ ਹਾਊ ਟੂ ਲੂਜ਼ ਦਾ ਲੋਡ ਵੈਨ ਅਪਲਾਈਂਗ ਅ ਫੋਰਸ, ਠੀਕ ਹੈ। ਤਾਂ ਫ੍ਰਿਕਸ਼ਨ ਜੇ ਤਾਂ ਆਪੋ ਆਪਣਾ ਲਿਫਟ ਕਰ ਰਹੇ ਹਾਂ ਤਾਂ ਅਪਵਰਡ ਹੋਏਗਾ, ਜੇ ਡਾਊਨ ਜੇ ਆਪਾਂ ਉਹਨੂੰ ਜੈਕ ਨੂੰ ਅਪ ਕਰਨਾ ਲੋਡ ਨੂੰ ਤਾਂ ਫ੍ਰਿਕਸ਼ਨ ਜਿਹੜਾ ਡਾਊਨਵਰਡ ਹੋਏਗਾ, ਤਾਂ ਫੋਰਸ ਕਿਉਂਕਿ ਆ ਅਪਵਰਡ ਹੋਏਗੀ, ਠੀਕ ਹੈ। ਅਪੋਜ਼ਿਟ ਹੋ ਜਾਏਗਾ, ਫੋਰਸ ਦੇ ਅਪੋਜ਼ਿਟ ਹੋਏਗਾ ਫ੍ਰਿਕਸ਼ਨ, ਠੀਕ ਹੈ ਜੀ ਇੱਦਾਂ। ਅਤੇ ਨੈਕਸਟ ਕੀ ਹੈ ਸਾਡੇ ਕੋਲ ਐਫੀਸ਼ੀਐਂਸੀ ਆਫ ਦਾ ਸਕਰੂ ਜੈਕ। ਦ ਐਫੀਸ਼ੀਐਂਸੀ ਆਫ ਅ ਸਕਰੂ ਜੈਕ ਮੇ ਬੀ ਡਿਫਾਈਨਡ ਐਜ਼ ਦ ਰੇਸ਼ੀਓ ਬਿਟਵੀਨ ਦ ਆਈਡਲ ਐਫਰਟ ਓਵਰ ਦ ਐਕਚੁਅਲ ਐਫਰਟ। ਜਿਹੜੀ ਆਈਡਲ ਐਫਰਟ ਆ ਉਹ ਕੀ ਹੈ, ਦੈਟ ਇਜ਼ ਦ idle effort is the effort required to move the load neglecting friction, okay। idle effort means ਕੀ ਹੈ ਉੱਥੇ ਕੋਈ friction consider ਨਹੀਂ ਕਰਨੀ,
ਜੋ ਕਿ ਨੈਗਲੈਕਟ ਕਰਨੀ ਉਹ ਤੁਹਾਡੇ ਕੋਲ ਕੀ ਆਈਡਲ ਐਫਰਟ ਆਈਡੀਅਲ ਠੀਕ ਹੈ। ਤੇ ਐਕਚੁਅਲ ਐਫਰਟ ਕੀ ਤੁਹਾਡੇ ਕੋਲ ਦ ਐਫਰਟ ਰਿਕੁਆਇਰਡ ਟੂ ਮੂਵ ਦ ਲੋਡ ਟੇਕਿੰਗ ਫ੍ਰਿਕਸ਼ਨ ਇਨਟੂ ਅਕਾਊਂਟ ਮੀਨ ਉੱਥੇ ਕੀ ਆ ਫ੍ਰਿਕਸ਼ਨ ਨੂੰ ਕੰਸੀਡਰ ਕਰਨਾ ਹੈਗਾ ਠੀਕ ਹੈ। ਵੀ ਨੋ ਦੈਟ ਦ ਐਫਰਟ ਰਿਕੁਆਇਰਡ ਟੂ ਲਿਫਟ ਦ ਲੋਡ W ਦੈਟ ਇਜ਼ ਦ ਵੇਟ ਲੋਡ ਜਿਹੜਾ ਉਹਨੂੰ ਕਿ ਲਿਫਟ ਕਰਨਾ ਵੈਨ ਫ੍ਰਿਕਸ਼ਨ ਇਜ਼ ਟੇਕਨ ਇਨਟੂ ਅਕਾਊਂਟ ਠੀਕ ਹੈ। ਕੰਸੀਡਰ ਕਰ ਲਿਆ ਤਾਂ ਫ੍ਰਿਕਸ਼ਨ P ਇਜ਼ ਇਕੁਅਲ ਟੂ ਜਿਹੜਾ ਫਾਰਮੂਲਾ ਆਪਣਾ ਅਪਵਰਡ ਜਿਹੜਾ ਕੰਸੀਡਰ ਕਰਨਾ ਆਪਾਂ ਅਪ ਕਰਨਾ ਬਾ ਲੋਡ ਨੂੰ ਤਾਂ ਫਾਰਮੂਲਾ ਸਾਡੇ ਕੋਲ ਕੀ ਆਇਆ ਸੀ P is equal to W tan alpha plus phi. Equation first, alpha is the helix angle, phi is the angle of friction, mu is the coefficient of friction between the screw and nut is equal to tan phi. If there would have no friction between the screw and nut, the phi will be equal to 0. जो कोई friction नहीं होता phi की value को 0. The value of effort P not necessary to raise the load will then given by the equation ठीक है। तो P not is equal to W tan alpha ਇਸ ਦੇ ਵਿੱਚ ਕੀ ਆਪਾਂ ਫਾਈ ਦੀ ਵੈਲਿਊ 0 ਪੁੱਟ ਕਰਤੀ ਤਾਂ ਵੈਲਿਊ ਕੀ ਹੋ ਗਈ ਸਾਡੇ ਕੋਲ P ਇਜ਼ ਇਕੁਅਲ ਟੂ W tan ਅਲਫਾ ਠੀਕ ਹੈ। ਫਾਈ ਕੀ ਹੋਗਾ 0 ਠੀਕ ਹੈ। ਫਿਰ ਐਫੀਸ਼ੀਐਂਸੀ ਦਾ ਡਿਨੋਟ ਕਰਦੇ ਆਪਾਂ ਈਟਾ इज इक्वल टू फार्मूला के आइडल एफर्ट ओवर एक्चुअल एफर्ट P नोट की है आइडियल एफर्ट एक्चुअल एफर्ट की है P तो उपर वैल्यू की साढ़े को जी आइडियल एफर्ट की है W tan अल्फा और आइडल एफर्ट की वैल्यू ए है तो एक्चुअल एफर्ट की वैल्यू ए है इन्हों सॉल्व करके साढ़े को की है tan अल्फा ओवर tan अल्फा प्लस फाई tan tan के ठीक है। ये आ गई साड़ी वैल्यू विच शोज़ द एफिशिएंसी ऑफ अ स्क्रू जैक इज़ इंडिपेंडेंट ऑफ द लोड रेज्ड ठीक है। ये साडा जिहड़ा टॉपिक साडा की सीगा स्क्रू जैक हाउ टू रेज द लोड हाउ टू लोड द लोड एंड व्हाट इज़ द एफिशिएंसी ऑफ स्क्रू जैक व्हाट इज़ स्क्रू जैक ठीक है। ये अज का साडा टॉपिक सी फरदर आपां नैक्सट टॉपिक डिस्कस करांगे। अज का टॉपिक नहीं थैंक यू वेरी मच।